ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਸ਼ਦੀਪ ਤੇ ਖਬਰਾਂ ਵੱਲ ਰੁਖ ਕਰਨ ਤੋਂ ਪਹਿਲਾਂ ਇੱਕ ਨਜ਼ਰ ਖਾਸ ਹੈਡਲਾਈਨਸ ਤੇ। ਟਰੂਡੋ ਅਨੁਸਾਰ ਐਮਰਜੈਂਸੀ ਸਟੂਡੈਂਟ ਬੈਨੀਫਿਟ ਲਈ ਵਿਦਿਆਰਥੀ ਸ਼ੁੱਕਰਵਾਰ ਤੋਂ ਕਰ ਸਕਦੇ ਨੇ ਅਪਲਾਈ। ਟਰੂਡੋ ਦਾ ਬਿਆਨ ਕਿਹਾ ਟ੍ਰਾਂਜ਼ਿਟ ਪ੍ਰਣਾਲੀਆਂ ਦੀ ਵਿੱਤੀ ਸਥਿਤੀ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸੂਬਿਆਂ ਲਈ ਫੈਡਰਲ ਸਰਕਾਰ ਕਰੇਗੀ ਸਹਿਯੋਗ। BC ਪ੍ਰੀਮੀਅਰ ਜੌਨ ਹੋਰਗਨ ਨੇ ਕੋਵਿਡ-19 ਦੀ ਐਮਰਜੈਂਸੀ ਸਥਿਤੀ ਚੌਥੀ ਵਾਰ ਵਧਾਈ। ਕਈ ਵਪਾਰਕ ਬ੍ਰੇਕ-ਇਨਸ ਦੇ ਲਈ VPD ਨੇ ਗੰਭੀਰ ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ। ਸੈਕਟਰੀ ਸਟੇਟ ਪੋਂਪੀਓ ਇਰਾਨ ਵੈਸਟ ਬੈਂਕ ਟਾਕਸ ਲਈ ਇਜ਼ਰਾਈਲ ਦੀ ਯਾਤਰਾ ਉੱਤੇ। WHO ਦੇ ਅਧਿਕਾਰੀ ਅਨੁਸਾਰ ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਨਹੀਂ ਹੋ ਸਕਦਾ ਖਤਮ। ਹੁਣ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੇ ਰੋਜ਼ਾਨਾ ਸੰਬੋਧਨ ਸਮੇਂ ਆਖਿਆ ਕਿ ਕੈਨੇਡਾ ਦੇ ਵਿਦਿਆਰਥੀ ਅਤੇ ਉਹ ਵਿਦਿਆਰਥੀ ਜਿਨ੍ਹਾਂ ਨੇ ਆਪਣੀ ਗ੍ਰੈਜੂਏਟ ਹਾਲ ਹੀ ਵਿੱਚ ਪੂਰੀ ਕੀਤੀ ਹੈ ਪਰ ਨੌਕਰੀ ਲੱਭਣ ਸਮੇਂ ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ, ਸਭ ਸ਼ੁੱਕਰਵਾਰ ਤੱਕ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਲਈ ਅਪਲਾਈ ਕਰ ਸਕਦੇ ਨੇ। ਇਸ ਪੈਕੇਜ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨੀਫਿਟ ਦੇ ਤਹਿਤ ਯੋਗ ਵਿਦਿਆਰਥੀ ਮਈ ਤੋਂ ਅਗਸਤ ਦੇ ਮਹੀਨੇ $1250 ਪ੍ਰਤੀ ਮਹੀਨਾ ਪ੍ਰਾਪਤ ਕਰਨਗੇ ਅਤੇ ਜਿਹੜੇ ਵਿਦਿਆਰਥੀ ਅਪਾਹਜਤਾ ਦਾ ਸ਼ਿਕਾਰ ਹਨ ਜਾਂ ਕਿਸੇ ਹੋਰ ਦੀ ਦੇਖਭਾਲ ਕਰ ਰਹੇ ਹਨ ਉਹਨਾਂ ਨੂੰ $2000 ਪ੍ਰਤੀ ਮਹੀਨਾ ਪ੍ਰਾਪਤ ਹੋਣਗੇ। ਪਾਰਲੀਮੈਂਟ ਦੀ ਐਮਰਜੈਂਸੀ ਬੈਠਕ ਦੇ ਆਖਰੀ ਰਾਉਂਡ ਵਿੱਚ ਵਿਦਿਆਰਥੀਆਂ ਲਈ $9 ਬਿਲੀਅਨ ਪਾਸ ਦਾ ਸਹਾਇਤਾ ਪੈਕੇਜ ਦਿੱਤਾ ਗਿਆ ਸੀ। ਪਾਰਲੀਮੈਂਟ ਹਿੱਲ ਦੀ ਪ੍ਰੈਸ ਕਾਨਫਰੰਸ ਦੌਰਾਨ ਰੁਜ਼ਗਾਰ ਮੰਤਰੀ ਕੌਰਲਾ ਨੇ ਦੱਸਿਆ ਇਸ ਫੰਡ ਦੇ ਲਈ ਅਪਲਾਈ ਕਰਨ ਦਾ ਬਿਨੈ ਪੱਤਰ ਬਹੁਤ ਜਲਦ ਹੀ ਆਨਲਾਈਨ ਆ ਜਾਵੇਗਾ। From the outset, our government has been focused on getting people the help they need as quickly as possible. We announced support not just for businesses and their employees, but for different groups of people who've been hit especially hard by the pandemic. A few weeks ago, we launched the Canada Emergency Student Benefit as part of our $9 billion plan to help young people get through the next few months. And today, I can confirm that students and recent graduates will be able to apply for this benefit starting Friday. To prepare for that, if you haven't already signed up for the My Account on the CRA website, it's worth doing this now to make the next steps go even quicker. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਕਿ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀਆਂ ਚੁਣੌਤੀਆਂ ਅਜੇ ਖਤਮ ਨਹੀਂ ਹੋਈਆਂ ਅਤੇ ਅਜਿਹੇ ਵਿੱਚ ਕੈਨੇਡਾ ਅਮਰੀਕਾ ਦੀ ਸਰਹੱਦ ਨੂੰ ਖੋਲ੍ਹਣਾ ਅਜੇ ਖਤਰੇ ਤੋਂ ਖਾਲੀ ਨਹੀਂ। ਪ੍ਰਧਾਨ ਮੰਤਰੀ ਨੇ ਆਖਿਆ ਕਿ ਸਰਹੱਦ ਦੀ ਪਾਬੰਦੀ ਦਾ ਸਮਾਂ ਅਜੇ 1 ਹਫ਼ਤਾ ਬਾਕੀ ਹੈ ਅਤੇ ਅਗਲਾ ਫੈਸਲਾ ਅਜੇ ਨਹੀਂ ਲਿਆ ਗਿਆ ਪਰ ਇਸ ਤੇ ਜਲਦ ਹੀ ਵਿਚਾਰ ਕੀਤਾ ਜਾਵੇਗਾ ਕਿ ਸਰਹੱਦ ਨੂੰ ਖੋਲ੍ਹਣਾ ਚਾਹੀਦਾ ਜਾਂ ਨਹੀਂ। ਉਹਨਾਂ ਆਖਿਆ ਕਿ ਇਸ ਸੰਬੰਧੀ ਦੋਹਾਂ ਦੇਸ਼ਾਂ ਦੇ ਵਿੱਚ ਗੱਲਬਾਤ ਵੀ ਚੱਲ ਰਹੀ ਹੈ। ਟਰੂਡੋ ਦਾ ਕਹਿਣਾ ਕਿ ਜੇਕਰ ਸਰਹੱਦ ਨੂੰ ਖੋਲ੍ਹ ਦਿੱਤਾ ਜਾਂਦਾ ਤਾਂ ਲੋਕਾਂ ਦਾ ਆਉਣਾ ਜਾਣਾ ਵੱਧ ਜਾਵੇਗਾ ਅਤੇ ਕੈਨੇਡਾ ਸਰਕਾਰ ਨੂੰ ਵੀ ਇਸ ਲਈ ਵੱਧ ਪ੍ਰਬੰਧ ਕਰਨੇ ਪੈਣਗੇ ਅਤੇ ਬਿਮਾਰੀ ਦਾ ਖਤਰਾ ਵੀ ਵਧੇਗਾ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਵੱਲੋਂ 30 ਦਿਨਾਂ ਲਈ ਹੋਰ ਕੈਨੇਡਾ ਅਮਰੀਕਾ ਵਿੱਚ ਗੈਰ ਜ਼ਰੂਰੀ ਆਵਾਜਾਈ ਨੂੰ ਬੰਦ ਰੱਖਣ ਲਈ ਪ੍ਰਸਤਾਵ ਤਿਆਰ ਕੀਤਾ ਗਿਆ। ਇਹ ਪ੍ਰਸਤਾਵ ਪਾਬੰਦੀ ਦਾ ਸਮਾਂ ਨੇੜੇ ਆਉਣ ਤੇ ਪੇਸ਼ ਕੀਤਾ ਜਾ ਸਕਦਾ ਹੈ। 21 ਜੂਨ ਤੱਕ ਇਹ ਪਾਬੰਦੀ ਵਧਾਈ ਵੀ ਜਾ ਸਕਦੀ ਹੈ। I can highlight that since the very beginning of this pandemic, the communications and the collaboration with our American partners has been exceptional. Conversations are ongoing all the time on a range of measures, including border measures. And I can tell you that up until now, the collaboration has been exceptional, and I see no reason for that to change. Right now, we're making decisions for right now. Obviously, there are reflections on what next steps could be and might be in different situations and different progressions of COVID-19. But every step of the way in this unprecedented situation, we're reacting to and responding to the realities we see now, and that's where we will stay focused. We're focused on keeping Canadians safe every step of the way, and we'll take the necessary decisions at every different step.
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਨਿਯੰਤਰਣ ਵਿੱਚ ਰੱਖਣ ਲਈ ਕੈਨੇਡਾ ਸਖਤ ਸਕਰੀਨਿੰਗ ਮਾਪਦੰਡ ਅਪਣਾਵੇਗਾ। ਅਗਲੇ ਹਫ਼ਤੇ ਗੈਰ ਜ਼ਰੂਰੀ ਆਵਾਜਾਈ ਸੰਬੰਧੀ ਪਾਬੰਦੀ ਖਤਮ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੀ ਕੈਨੇਡਾ ਅਮਰੀਕਾ ਸਰਹੱਦ ਨੂੰ ਖੋਲ ਦਿੱਤਾ ਜਾਵੇਗਾ, ਇਸ ਬਾਰੇ ਪ੍ਰਧਾਨ ਮੰਤਰੀ ਨੇ ਅਜੇ ਕੁਝ ਨਹੀਂ ਆਖਿਆ। ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਕ੍ਰਾਸ ਬਾਰਡਰ ਟ੍ਰੈਫਿਕ ਵਿੱਚ ਹੋਣ ਵਾਲੇ ਵਾਧੇ ਨੂੰ ਲੈ ਕੇ ਲੋੜੋਂ ਵੱਧ ਚੌਕਸੀ ਤੋਂ ਕੰਮ ਲੈ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਦੋਹਾਂ ਦੇਸ਼ਾਂ ਦੇ ਵਿਚਕਾਰ ਕਾਰੋਬਾਰ ਮੁੜ ਖੁੱਲ ਰਹੇ ਹਨ ਅਤੇ ਹੋਰਨਾਂ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ। ਕੁਝ ਪ੍ਰੋਵਿੰਸ਼ੀਅਲ ਪ੍ਰੀਮੀਅਰਸ ਜਿਨ੍ਹਾਂ ਵਿੱਚੋਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਸ਼ਾਮਲ ਹਨ ਨੇ ਆਖਿਆ ਕਿ ਉਹ ਵਾਇਰਸ ਫੈਲਣ ਦੇ ਡਰ ਤੋਂ ਅਮਰੀਕੀ ਵਿਜ਼ਿਟਰਸ ਨੂੰ ਇੱਧਰ ਨਹੀਂ ਆਉਣ ਦੇਣਾ ਚਾਹੁੰਦੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਰਡਰ ਤੋਂ ਪਾਰ ਵਾਇਰਸ ਦਾ ਕਾਫੀ ਜ਼ੋਰ ਦੱਸਿਆ ਜਾ ਰਿਹਾ ਹੈ। I think we all are focused right now on ensuring a flattening of the curve, decreasing of the cases of COVID-19 so that we can restart certain sectors of the economy. That must be done gradually. It must be done with tremendous vigilance. And we need to make sure that we have the mechanisms and the materials in place to deal with any further spreads or spikes in COVID-19. Preventing transmission from outside of Canada into Canada once we have controlled the spread within Canada will be an essential part of ensuring that we don't fall back into a second wave that could be as serious as this wave we're going through, or even more so. So we're going to be very, very careful about reopening any international travel, including the United States, before we feel that it is time. ਤੇ ਜਸਟਿਨ ਟਰੂਡੋ ਦਾ ਕਹਿਣਾ ਕਿ ਆਟਵਾ ਕੋਵਿਡ-19 ਦੁਆਰਾ ਪ੍ਰਭਾਵਿਤ ਆਵਾਜਾਈ ਪ੍ਰਣਾਲੀਆਂ ਦੀ ਵਿੱਤੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸੂਬਿਆਂ ਦੇ ਲਈ ਸਹਿਯੋਗ ਦੇਣਗੇ। TTC ਨੇ ਮਹਾਮਾਰੀ ਦੇ ਕਾਰਨ $90 ਮਿਲੀਅਨ ਦੇ ਮਹੀਨੇਵਾਰ ਮਾਲੀਏ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ ਅਤੇ ਟ੍ਰਾਂਸਲਿੰਕ ਆਵਾਜਾਈ ਅਥਾਰਟੀ ਨੇ ਖੁਲਾਸਾ ਕੀਤਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਇਹ ਇੱਕ ਮਹੀਨੇ ਵਿੱਚ ਕਈ ਮਿਲੀਅਨ ਡਾਲਰ ਗੁਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੇ ਫੰਡਿੰਗ ਨਹੀਂ ਹੁੰਦੀ ਤਾਂ ਪੈਸੇਂਜਰਸ ਨੂੰ ਟ੍ਰਾਂਜ਼ਿਟ ਸੇਵਾਵਾਂ ਲਈ ਬੇਮਿਸਾਲ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਸਟਿਨ ਟਰੂਡੋ ਦਾ ਕਹਿਣਾ ਹੈ ਇਹ ਭਾਵੇਂ ਮਿਊਨਿਸਪਲ ਅਤੇ ਪ੍ਰੋਵਿੰਸ਼ੀਅਲ ਮਾਮਲਾ ਹੈ, ਪਰ ਅਸੀਂ ਟ੍ਰਾਂਜ਼ਿਟ ਸਿਸਟਮ ਨੂੰ ਹਮੇਸ਼ਾ ਮਜ਼ਬੂਤ ਬਣਾਉਣ ਦੇ ਲਈ ਇਨਵੈਸਟਮੈਂਟਸ ਕੀਤੀਆਂ ਹਨ ਅਤੇ ਇਸ ਮਹਾਮਾਰੀ ਦੇ ਦੌਰਾਨ ਵੀ ਸੂਬਿਆਂ ਦੇ ਨਾਲ ਸਹਿਯੋਗ ਦੇਣਗੇ। Well, as we know, operation of transit systems is a provincial and municipal responsibility. As a federal government, however, we have made significant investments in upgrading and strengthening transit systems across the country because we know it's such a key part of both prosperity and moving forward in ways that make life affordable and fighting climate change at the same time for Canadians. So we will be there to listen to concerns that Canadians are expressing and that different orders of governments are expressing on making sure that our reopening is successful. We know that public transit and getting people to work is going to be an important part of our economy moving forward, but we also know that the challenges posed by social distancing and much greater working from home has come and affected our transit system significantly. So we're going to have to adjust, and the federal government will be there to work with the provinces, including supporting them in their areas of jurisdiction in many cases. ਡਗ ਫੋਰਡ ਨੇ ਆਖਿਆ ਕਿ ਆਰਥਿਕਤਾ ਨੂੰ ਮੁੜ ਖੋਲਣ ਦੀ ਯੋਜਨਾ ਦੇ ਪਹਿਲੇ ਪੜਾਅ ਤੇ ਅਜੇ ਅਸੀਂ ਨਹੀਂ ਪਹੁੰਚੇ ਹਾਂ। ਫੋਰਡ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਗਈ ਕਿ ਕਿਹੜੇ ਬਿਜ਼ਨਸ ਨੂੰ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂ ਉਸ ਲਈ ਕੀ ਸਮਾਂ ਤੈਅ ਕੀਤਾ ਗਿਆ, ਪਰ ਉਹਨਾਂ ਆਖਿਆ ਕਿ ਇਹ ਉਹਨਾਂ ਦੀ ਰੀਓਪਨ ਕਰਨ ਦੀ ਯੋਜਨਾ ਦਾ ਪਹਿਲਾ ਪੜਾਅ ਹੋ ਸਕਦਾ। ਪਰ ਫੋਰਡ ਨੇ ਆਖਿਆ ਕਿ ਹੌਲੀ-ਹੌਲੀ ਲੋਕ ਆਪਣੇ ਕੰਮ ਉੱਤੇ ਪਰਤਣ ਲੱਗਣਗੇ, ਕੰਮ ਵਾਲੀਆਂ ਥਾਵਾਂ ਹੌਲੀ-ਹੌਲੀ ਖੁੱਲਣਗੀਆਂ, ਲੋਕਾਂ ਨੂੰ ਕੰਮ ਕਰਨ ਬਦਲੇ ਚੈੱਕ ਮਿਲਣਗੇ ਤੇ ਹੌਲੀ-ਹੌਲੀ ਜ਼ਿੰਦਗੀ ਆਮ ਵਰਗੀ ਹੋ ਜਾਵੇਗੀ। ਫੋਰਡ ਨੇ ਆਖਿਆ ਕਿ ਸਭ ਤੋਂ ਪਹਿਲਾਂ ਘੱਟ ਰਿਸਕ ਵਾਲੀਆਂ ਥਾਵਾਂ ਖੋਲੀਆਂ ਜਾਣਗੀਆਂ, ਸੀਜ਼ਨਲ ਬਿਜ਼ਨੈਸਸ ਅਤੇ ਹੋਰ ਜ਼ਰੂਰੀ ਸੇਵਾਵਾਂ ਖੋਲੀਆਂ ਜਾਣਗੀਆਂ। ਪ੍ਰੀਮੀਅਰ ਨੇ ਇਹ ਵੀ ਆਖਿਆ ਕਿ ਅਜੇ ਇਹ ਦੇਖਣਾ ਪਵੇਗਾ ਕਿ ਕੀ ਲੋਕਾਂ ਦੇ ਇਕੱਠ ਨੂੰ 5 ਤੋਂ 10 ਕੀਤਾ ਜਾਵੇ ਜਾਂ ਹਾਲ ਦੀ ਘੜੀ ਅਜਿਹਾ ਨਾ ਕੀਤਾ ਜਾਵੇ। ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਵਿਲੀਅਮਸ ਨੇ ਕੱਲ੍ਹ ਆਖਿਆ ਸੀ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸੂਬਾ ਪਹਿਲੀ ਸਟੇਜ ਵਿੱਚ ਦਾਖਲ ਹੋਇਆ, ਜਿਨ੍ਹਾਂ ਕਿਹਾ ਕਿ ਸਥਿਤੀ ਬਿਹਤਰ ਹੋ ਰਹੀ ਹੈ ਪਰ ਇਸ ਵਿੱਚ ਉਨੀ ਤੇਜ਼ੀ ਨਹੀਂ ਹੈ ਤੇ ਡਾਕਟਰ ਵਿਲੀਅਮਸ ਦੇ ਅਨੁਸਾਰ ਅਸੀਂ ਪਹਿਲੀ ਸਟੇਜ ਦੇ ਕਲੋਜ਼ ਆ। Well, we always follow the advice from the chief medical officer and the health team before we move forward, and there's always proposals. But these are strictly guidelines that are coming out, and just getting people ready for the next stage, which will be stage 1. We aren't quite there yet, but at least it gives people to prep, time to prep, and companies to prep, and stakeholders to prep
So when we rolled out stage 1, but we always listen to the advice of the health table. GTA ਭਰ ਵਿੱਚ ਠੰਡ ਸੰਬੰਧੀ ਐਡਵਾਈਜ਼ਰੀ ਜਾਰੀ ਹੈ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਵਾਰ ਇਹ ਸਭ ਤੋਂ ਠੰਡੀ ਮਈ ਦੱਸੀ ਜਾ ਰਹੀ ਹੈ। ਸਵੇਰ 4 ਵਜੇ ਪੀਅਰਸਨ 에ਅਰਪੋਰਟ ਉੱਤੇ ਪਾਰਾ -3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ 1939 ਵਿੱਚ ਕਾਇਮ ਹੋਇਆ -2.2 ਡਿਗਰੀ ਸੈਲਸੀਅਸ ਦਾ ਰਿਕਾਰਡ ਵੀ ਟੁੱਟ ਗਿਆ। ਮੌਸਮ ਵਿਗਿਆਨੀ ਜਿਲ ਟੇਲਰ ਨੇ ਦੱਸਿਆ ਕਿ ਅਜੇ ਭਲਕੇ ਵੀ ਇਸੇ ਤਰ੍ਹਾਂ ਦੀ ਠੰਡ ਹੀ ਰਹੇਗੀ ਅਤੇ ਉਸ ਤੋਂ ਬਾਅਦ ਠੰਡ ਚਲੀ ਜਾਵੇਗੀ। ਉਹਨਾਂ ਆਖਿਆ ਕਿ ਇਸ ਹਫ਼ਤੇ ਦੇ ਅੰਤ ਤੱਕ ਹੀ ਪਾਰਾ 20 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਅੱਜ ਬੱਦਲਵਾਈ ਰਹੀ ਅਤੇ ਦੁਪਹਿਰ ਤੱਕ ਛਿੱਟੇ ਪੈਣ ਦੀ ਵੀ ਸੰਭਾਵਨਾ ਬਣੀ ਹੋਈ ਸੀ। ਇਸ ਨਾਲ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਆਮ ਤੌਰ ਉੱਤੇ ਇਸ ਸਮੇਂ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਧੁੱਪ ਨਿਕਲਣ ਦੀ ਆਸ ਵੀ ਬਣੀ ਹੋਈ ਸੀ, ਪਰ ਪਾਰਾ 13 ਡਿਗਰੀ ਸੈਲਸੀਅਸ ਤੱਕ ਚਲਾ ਗਿਆ। ਇਸ ਦੇ ਨਾਲ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਤੁਸੀਂ ਬਣ ਰਹੋ ਸਾਡੇ ਨਾਲ। ब्रेक तो बाद ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਹੁਣ ਲੋਕ ਕਰਦੇ ਹਾਂ ਅਗਲੀ ਖਬਰ ਵੱਲ। ਉਧਰ ਮਾਰਚ ਵਿੱਚ ਪਹਿਲਾਂ ਜਾਰੀ ਕੀਤੀ ਗਈ ਐਮਰਜੈਂਸੀ ਦੀ ਸਥਿਤੀ ਨੂੰ BC ਦੇ ਪ੍ਰੀਮੀਅਰ ਨੇ ਬੁੱਧਵਾਰ ਨੂੰ ਫਿਰ ਵਧਾ ਦਿੱਤਾ। ਜੌਨ ਹੌਰਗਨ ਨੇ ਸੂਬੇ ਦੇ ਐਨਰਜੀ ਮੰਤਰੀ ਨਾਲ ਸਾਂਝੇ ਨਿਊਜ਼ ਕਾਨਫਰੰਸ ਦੌਰਾਨ ਐਮਰਜੈਂਸੀ ਦੇ 2 ਹਫ਼ਤਿਆਂ ਦੇ ਵਾਧੇ ਦੀ ਘੋਸ਼ਣਾ ਕਰ ਦਿੱਤੀ। ਹੌਰਗਨ ਨੇ ਇਸ ਨੂੰ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਇੱਕ ਕਦਮ ਦੱਸਿਆ ਅਤੇ ਆਖਿਆ ਕਿ ਸੰਕਟਕਾਲੀਨ ਸਥਿਤੀ ਆਉਣ ਵਾਲੇ ਭਵਿੱਖ ਲਈ ਕਾਇਮ ਰਹੇਗੀ। ਸੂਬਾਈ ਐਮਰਜੈਂਸੀ ਦੀ ਸ਼ੁਰੂਆਤ ਅਸਲ ਵਿੱਚ 18 ਮਾਰਚ ਨੂੰ ਕੀਤੀ ਗਈ ਸੀ ਤੇ ਆਖਰੀ ਵਾਰ 29 ਅਪ੍ਰੈਲ ਨੂੰ ਵਧਾਈ ਗਈ ਸੀ। ਐਮਰਜੈਂਸੀ ਘੋਸ਼ਣਾ ਹਰ 2 ਹਫ਼ਤੇ ਬਾਅਦ ਹੁੰਦੀ ਹੈ ਤੇ ਚੌਥੀ ਵਾਰ ਪ੍ਰੋਵਿੰਸ ਦੀ ਐਮਰਜੈਂਸੀ ਸਥਿਤੀ ਨੂੰ ਵਧਾਇਆ ਗਿਆ। ਉਹਨਾਂ ਪ੍ਰੋਵਿੰਸ ਦੇ ਬਹੁਤੇ ਵਸਨੀਕਾਂ ਦੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਜਨਤਕ ਸਿਹਤ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣਾ ਕਰਨ ਦੀ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ, ਪਰ ਚੇਤਾਵਨੀ ਦਿੱਤੀ ਕਿ ਅਜੇ ਹੋਰ ਕੰਮ ਕੀਤੇ ਜਾਣੇ ਬਾਕੀ ਹਨ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਮਈ ਦੇ ਲੌਂਗ ਵੀਕਐਂਡ ਦੇ ਅੰਤ ਵਿੱਚ ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਨਾ ਭੁੱਲਣ ਲਈ ਵੀ ਆਖਿਆ। ਹੌਰਗਨ ਨੇ ਸਾਰੇ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣ ਅਤੇ ਬਿਮਾਰ ਹੋਣ ਤੇ ਘਰ ਰਹਿਣ ਲਈ ਵਸਨੀਕਾਂ ਨੂੰ ਯਾਦ ਦਿਵਾਇਆ। ਇੱਕ ਹੋਰ ਘੋਸ਼ਣਾ ਵਿੱਚ ਹੌਰਗਨ ਨੇ ਆਖਿਆ, BC ਸੂਬੇ ਦੇ ਉੱਤਰੀ ਹਿੱਸੇ ਵਿੱਚ 2000 ਅਨਾਥ ਅਤੇ ਨਾ ਸਰਗਰਮ ਖੂਹਾਂ ਦੀ ਸਫਾਈ ਲਈ ਸਰਕਾਰ ਸੰਘੀ ਪੈਸੇ ਵਿੱਚ $120 ਮਿਲੀਅਨ ਦੀ ਵਰਤੋਂ ਕਰ ਰਹੀ ਹੈ। ਤੇਲ ਅਤੇ ਗੈਸ ਸੇਵਾ ਕੰਪਨੀਆਂ ਦਾ ਸਮਰਥਨ 1200 ਨੌਕਰੀਆਂ ਤੱਕ ਦਾ ਸਮਰਥਨ ਕਰਕੇ ਆਰਥਿਕਤਾ ਨੂੰ ਮੁੜ ਚਾਲੂ ਕਰਨ ਵਿੱਚ ਸਹਾਇਤਾ ਕਰੇਗਾ। Restart plan and stimulating more activity, be focusing on aggressive marketing through Destination BC to promote staycations here in BC, to encourage people to visit some of the tourism outlets we have here that are desperate for that business. I know people want to support local industry. I know people will want to visit parts of British Columbia that maybe have been on the list to do, but they've never been able to find the time to get that done. Now may well be the time. After we get through the weekend, after we see continued positive results, we'll see a reopening of our tourism sector and more British Columbians will be traveling. More Canadians will likely be coming from other parts of the country. But it's really difficult to talk about how we're going to deal with July and August and September when we're right in the heart of May and we're trying to give the message to British Columbians that we're not there yet. Our restart plan going into phase 2 does not begin until next week. I'm reluctant to talk about the programs that we'll be putting in place for the tourism industry before then, because for now, we want people to stay close to home. So that's the message I'd like to deliver through your media outlet. Stay home as best you can for the foreseeable future. And as the summer unfolds and the evidence predicts that we can do more, we will do more, and we'll be focusing on the tourism sector for sure. Well, I think it's a national responsibility, and I don't say that we're just dumping it on the federal government. Obviously, it's a food inspection agency that ensures that the food that comes out of processing facilities is safe for consumption. That's their core responsibility. I don't dispute that. But I would suggest that if people are hired by governments, provincial or federal, to ensure the health and safety of what goes on inside a plant, that part and parcel of that would be to identify or flag, particularly during a pandemic, when they see workers that may not be well enough to be in the workplace. We have said here in British Columbia, under the leadership of Dr. Henry, if you are sick, do not go to work. And that's all well and good if you have a collective agreement that has sick days, or your employment contract in the non-union sector, your arrangement with your employer provides for sick days.
But many, many workers in British Columbia do not have those protections. And why I've raised this at the national level is we need to address it. And I'm hopeful that the federal government will work with me and other premiers to find a way forward where we can share the responsibility, but we need to send a message to every corner of the country that you should not go to work if you're ill, and we should protect you from economic consequences if you make that right choice. Too many people feel obliged to go to work because it's an economic imperative. We need to remove that imperative and also encourage people to do the right thing. I believe that's a national responsibility to lead, and I will support the Prime Minister in that initiative. ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮਈ 13 ਨੂੰ ਕੋਵਿਡ-19 ਦੇ 16 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋ ਜਾਣ ਦੇ ਨਾਲ ਇਸ ਮਹਾਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਕੁੱਲ ਗਿਣਤੀ 2376 ਹੋ ਗਈ ਹੈ। ਸਿਹਤ ਅਧਿਕਾਰੀ ਅਨੁਸਾਰ ਤਾਜ਼ਾ ਸਥਿਤੀ ਇਸ ਤਰ੍ਹਾਂ ਕਿ ਵੈਨਕੂਵਰ ਕੋਸਟਲ ਹੈਲਥ 877, ਫਰੇਜ਼ਰ ਹੈਲਥ ਰੀਜਨ ਵਿੱਚ 1137, ਵੈਨਕੂਵਰ ਆਈਲੈਂਡ ਲਈ 125, ਅੰਦਰਲੇ ਹਿੱਸੇ ਵਿੱਚ 180 ਅਤੇ ਉੱਤਰੀ ਵੈਨਕੂਵਰ ਵਿੱਚ 57 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਸੂਬੇ ਵਿੱਚ ਪਿਛਲੇ ਘੰਟਿਆਂ ਦੇ ਦੌਰਾਨ ਕੋਵਿਡ-19 ਦੇ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਵੀ ਹੋਈ ਹੈ ਤੇ ਹੁਣ ਮ੍ਰਿਤਕਾਂ ਦੀ ਕੁੱਲ ਸੰਖਿਆ 132 ਹੋ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸੂਬਾਈ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਹੁਣ 59 ਪੀੜਤ ਵਿਅਕਤੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 14 ਮਰੀਜ਼ਾਂ ਦੀ ICU ਵਿੱਚ ਦੇਖਭਾਲ ਕੀਤੀ ਜਾ ਰਹੀ ਹੈ। ਡਾਕਟਰ ਹੈਨਰੀ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 1859 ਪੀੜਤ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਜੋ ਕਿ ਕੁੱਲ ਕੇਸਾਂ ਦਾ 78% ਹੈ। So for today, our update for May 13th in British Columbia, we have an additional 16 people who have tested positive for COVID-19 in the province, bringing our total of people who have tested positive to 2,376 in British Columbia. That includes 877 people in the Vancouver Coastal Health Region, 1,137 in the Fraser Health Region, 125 people in Vancouver Island Health Region, 180 people in Interior Health, and 57 people in the Northern Health Region. We continue to have active outbreaks, 20 of them in our health care system, including 15 in long-term care or assisted living and 5 units in acute care facilities. We are now up to 299 residents or patients who have been affected and 190 staff. There are no new community outbreaks, and all of the ones that we continue to follow have remained the same. So that leaves us with 385 active cases around the province. Of those, 59 people are hospitalized right now, and 14 of whom are in critical care or ICU. We've had one additional death in British Columbia, bringing our total to 132 people who have died from COVID-19. And our hearts and our condolences go out to the families, to the communities, and to the care providers for those individuals. 1,859 people have recovered from COVID-19 in British Columbia, and that's about 78% of the people who have been affected by this pandemic in the last few months. ਤੇ ਵੈਨਕੂਵਰ ਪੁਲਿਸ ਨੇ 2 ਪੁਰਾਣੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਤੀਜੇ ਵਜੋਂ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਵੈਨਕੂਵਰ ਦੇ ਆਸ-ਪਾਸ ਦੇ ਭਾਈਚਾਰਿਆਂ ਵਿੱਚ ਬ੍ਰੇਕ-ਇਨ ਅਤੇ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਸਨ। ਇਹਨਾਂ 2 ਅਪਰਾਧੀਆਂ ਉੱਤੇ ਬ੍ਰੇਕ-ਇਨ ਨਾਲ ਜੁੜੇ 70 ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ। ਸਾਰਜੈਂਟ ਐਰਨ ਰੌਡ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਇਹਨਾਂ ਦੋਹਾਂ ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਚਾਰजेस ਦਾ ਸ਼ਹਿਰ ਦੇ ਆਸ-ਪਾਸ ਵਪਾਰਾਂ ਉੱਤੇ ਵਾਪਰਨ ਵਾਲੀਆਂ ਬ੍ਰੇਕ-ਇਨਸ ਤੇ ਵੱਡਾ ਅਸਰ ਪਵੇਗਾ। ਹਾਲਾਂਕਿ ਜਾਇਦਾਦ ਦੇ ਅਪਰਾਧ ਸੰਬੰਧੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਵੈਨਕੂਵਰ ਪੁਲਿਸ ਨੇ 44 ਸਾਲਾ ਬਰਨਬੀ ਨਿਵਾਸੀ ਸ਼ੇਨ ਦੋਮੇਲ ਅਤੇ 33 ਸਾਲਾ ਬਰਨਬੀ ਨਿਵਾਸੀ ਜੈਸੀ ਪਲਾਨਿਓ ਨੂੰ ਗ੍ਰਿਫਤਾਰ ਕੀਤਾ। Vancouver police have arrested 2 chronic offenders, resulting in 70 separate charges related to commercial break-ins in Vancouver and surrounding communities over the past few months. We believe that the arrest of these 2 suspects and the subsequent charge approval will have a major impact on commercial break-ins around the city. However, the efforts to target property crime offenders will continue. Detectives from the Vancouver Police Department Property Crime Unit have been investigating the rise in commercial break-and-enters in Vancouver since the COVID-19 pandemic first began. And targeting Vancouver businesses, multiple businesses throughout the city have been closed due to physical distancing rules, and criminals have been targeting the closed and vacant store buildings and retail establishments.
In addition to this, and other projects by investigators, VPD patrol officers have also been targeting property crime by increasing visibility in the hardest hit areas and deploying more patrol officers and community safety personnel. On April 3rd, we did arrest 44-year-old Burnaby resident Shane DeHommel for a number of different offenses: 14 counts of break and enter, 21 counts of failure to comply with a probation order, 2 counts of breach of release order, 2 counts of possession of break-in instruments, and 1 count of disguise with intent. On the 29th of March, we arrested 33-year-old Burnaby resident Jesse Polanio for 7 counts of break and enter, 13 counts of failure to comply with a release order, 1 count of possession of prohibited weapon, 2 counts of possession of credit card data, 2 counts of possession of ID documents, 3 counts of possession of stolen property, and 2 counts of theft under $5,000. Both DeHommel and Polanio have been in custody since their arrests. I think you have to note that they were arrested for the break and enters, and these are all commercial break and enters. Our investigators have been able to tie them to close to 70 different counts since they've been in custody. So these offenses drew back to November, with the majority of them happening since the pandemic started on March. ਅਲਬਰਟਾ ਸਰਕਾਰ ਦੇ ਪ੍ਰੋਵਿੰਸ ਰੀਲਾਂਚ ਪਲਾਨ ਦੇ ਪਹਿਲੇ ਪੜਾਅ ਦੇ ਤਹਿਤ ਕੈਲਗਰੀ ਦੇ ਆਸ-ਪਾਸ ਦੇ ਸ਼ਾਪਿੰਗ ਮਾਲ ਮੁੜ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕਈ ਸੈਂਟਰ ਅਤੇ ਮਾਰਕੀਟ ਮਾਲਸ ਵਿੱਚ ਸਫਾਈ ਅਤੇ ਸਿਹਤ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਆਉਂਦੇ ਵੀਰਵਾਰ ਤੱਕ 40 ਤੋਂ 50% ਸਟੋਰ ਪਹਿਲੇ ਪੜਾਅ ਵਿੱਚ ਖੁੱਲ ਸਕਦੇ ਹਨ। ਕੈਡਿਲੈਕ ਫੇਅਰਵਿਊ ਦੇ ਜਨਰਲ ਮੈਨੇਜਰ ਨੇ ਆਖਿਆ ਕਿ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਈ ਅਹਿਮ ਯਤਨ ਕਰ ਰਹੇ ਹਾਂ ਕਿ ਮਾਲ ਵਿੱਚ ਜਿੱਥੇ ਕਿਤੇ ਵੀ ਟੱਚ ਪੁਆਇੰਟ ਹਨ ਜਾਂ ਜਿੱਥੇ ਲੋਕ ਵਧੇਰੇ ਜ਼ਿਆਦਾ ਹੱਥ ਲਗਾਉਂਦੇ ਹਨ ਉਹਨਾਂ ਥਾਵਾਂ ਨੂੰ ਵਾਰ-ਵਾਰ ਸਾਫ਼ ਕੀਤਾ ਜਾ ਸਕੇ ਅਤੇ ਸਾਫ਼ ਸਫਾਈ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਹੁਣ ਜਦੋਂ ਲੋਕ ਦੁਬਾਰਾ ਮਾਲ ਵਿੱਚ ਆਉਣਗੇ ਤਾਂ ਖੁਦ ਕਈ ਤਬਦੀਲੀਆਂ ਹੋਈਆਂ ਵੇਖਣਗੇ। ਡਾਕਟਰ ਡੀਨਾ ਹੈਂਸ਼ਾ ਨੇ ਵਪਾਰਾਂ ਨੂੰ ਖੋਲ੍ਹਣ ਦੇ ਬਾਰੇ ਵੀ ਜਾਣਕਾਰੀ ਦਿੱਤੀ। Today, I would like to provide a bit more information on the workplace guidance documents that were released yesterday. As I have mentioned before, we have provided a very detailed guidance document that applies to all workplaces. This guidance document was in place to provide expectations to all those places of work that have remained open throughout the past few months, and it has recently been updated with more information. These guidelines are applicable to all settings, whether it is a shopping mall, retail business, or a specific sector. Businesses can work through these guidelines and make decisions about how to apply the guidance to their specific setting. This will look different for each environment. In addition, we continue to draft more specific guidelines for certain sectors to reflect unique needs, such as those we have posted for child care facilities and bars and restaurants. An important thing for all businesses to consider is what mechanisms they can put in place so patrons understand what is required of them. Business operators know their business better than we can. And it's a two-way street. Customers and business operators are both responsible for being safe and using common sense. In many settings, it may be appropriate to post signs reminding patrons to not enter if they are feeling ill, and to remind them to maintain 2 meters between themselves and other customers. Business operators will also need to have a mechanism for checking to make sure their employees are well, and to ensure that their employees go home if they are ill and to seek testing if necessary. If businesses have specific questions as they prepare for opening, they can email bizconnect@gov.ab.ca for help with specifics that may not be answered through the website. There is also a commonly asked questions section that will be updated daily. As we move into our relaunch, I encourage all Albertans to help reinforce these new social norms with each other. Once we reopen, we want to stay open, and we want businesses to be successful and Albertans to stay safe. I absolutely understand that it's challenging to be making preparations and decisions when a final decision has yet to be made. The Emergency Management Cabinet Committee will be meeting today and will be making a final decision about proceeding forward. And while I recognize there is that challenge that people ideally would have a lot of lead time, it's also important to make sure that we have the most up-to-date information about our data, about how our trends are going, so that we can take that into account as we make those decisions.
So I would ask that businesses and patrons of businesses be patient, because we do need to make sure that we have that most up-to-date information to discuss as the consideration is made of the relaunch date. And as soon as that decision is made, that announcement will happen tomorrow, to make sure that people are aware of what the outcome was of that decision. ਅਮਰੀਕਾ ਦੇ ਰੱਖਿਆ ਮੰਤਰੀ ਮਾਈਕ ਪੋਂਪੀਓ ਪੱਛਮੀ ਤੱਟ ਦੇ ਹਿੱਸਿਆਂ ਦੇ ਇਜ਼ਰਾਈਲ ਵਿੱਚ ਮਿਲਾਉਣ ਦੀ ਯੋਜਨਾ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਚਰਚਾ ਕਰਨ ਦੇ ਲਈ ਬੁੱਧਵਾਰ ਨੂੰ ਇੱਥੇ ਪਹੁੰਚੇ। ਪੋਂਪੀਓ ਅਜਿਹੇ ਤਣਾਅਪੂਰਨ ਮਾਹੌਲ ਵਿੱਚ ਇੱਥੇ ਪਹੁੰਚੇ ਹਨ ਜਦ ਇਜ਼ਰਾਈਲੀ ਬਲ ਉਸ ਫੌਜੀ ਦੇ ਹਥਿਆਰਾਂ ਦੀ ਭਾਲ ਕਰ ਰਹੇ ਹਨ। ਪੋਂਪੀਓ ਅੱਜ ਸਵੇਰੇ ਟੈਲ ਅਵੀਵ ਪਹੁੰਚੇ ਅਤੇ ਸਿੱਧਾ ਯਰੂਸ਼ਲਮ ਦੇ ਲਈ ਰਵਾਨਾ ਹੋ ਗਏ। ਕੋਰੋਨਾ ਵਾਇਰਸ ਦੇ ਕਾਰਨ ਇਜ਼ਰਾਈਲ ਆਉਣ ਵਾਲੇ ਹਰ ਵਿਅਕਤੀ ਲਈ 2 ਹਫ਼ਤੇ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਹੈ, ਪਰ ਪੋਂਪੀਓ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪੋਂਪੀਓ ਦੇ ਨਾਲ ਅਮਰੀਕੀ ਤੇ ਇਜ਼ਰਾਈਲੀ ਝੰਡੇ ਦੀ ਇੱਕ ਲਾਈਨ ਸਾਹਮਣੇ ਖੜੇ ਹੋ ਕੇ ਨੇਤਨਯਾਹੂ ਨੇ 6 ਘੰਟੇ ਦੀ ਅਮਰੀਕੀ ਵਿਦੇਸ਼ ਮੰਤਰੀ ਦੀ ਯਾਤਰਾ ਨੂੰ ਗੱਠਜੋੜ ਦੀ ਮਜ਼ਬੂਤੀ ਦਾ ਗਵਾਹ ਦੱਸਿਆ। ਦੋਹਾਂ ਨੇ ਆਖਿਆ ਕਿ ਈਰਾਨ ਨੂੰ ਲੈ ਕੇ ਦੋਹਾਂ ਦੀ ਸਾਂਝੀ ਚਿੰਤਾ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਦੀ ਲੜਾਈ ਅਤੇ ਇਜ਼ਰਾਈਲ ਦੀ ਮੌਜੂਦਾ ਸਰਕਾਰ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇਸ ਵਿਚਾਲੇ ਪੋਂਪੀਓ ਨੇ ਪਥਰਾਅ ਵਿੱਚ ਮਾਰੇ ਗਏ ਫੌਜੀ ਪ੍ਰਤੀ ਦੁੱਖ ਵਿਅਕਤ ਕੀਤਾ ਅਤੇ ਆਖਿਆ ਕਿ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ ਅਤੇ ਅਮਰੀਕਾ ਇਹਨਾਂ ਯਤਨਾਂ ਵਿੱਚ ਉਹਨਾਂ ਦਾ ਲਗਾਤਾਰ ਸਮਰਥਨ ਕਰੇਗਾ। ਪੋਂਪੀਓ ਦੀ ਬੁੱਧਵਾਰ ਵਾਰਤਾ ਦਾ ਇੱਕ ਅਹਿਮ ਮੁੱਦਾ ਪੱਛਮੀ ਤੱਟ ਦੇ ਹਿੱਸਿਆਂ ਨੂੰ ਇਜ਼ਰਾਈਲ ਵਿੱਚ ਮਿਲਾਉਣ ਦੀ ਉਮੀਦ ਹੈ। ਬਚੇ ਹੋਏ ਕੰਮ ਕਰਨੇ ਹਨ ਅਤੇ ਸਾਨੂੰ ਇਸ ਨੂੰ ਜਲਦ ਕਰਨਾ ਹੋਵੇਗਾ। We have a lot to talk about. The first thing is the plague. The corona plague is something that challenges the entire world, our 2 countries and everyone else. And we'd like to talk about strengthening our cooperation, our partnerships in battling the coronavirus plague. The second thing is that there's something else plaguing our region, which is unremitting Iranian aggression and terror. And I want to express my appreciation for the strong position that the President and you and your administration put forward against Iran. The third point is that now we're about to form a national unity government tomorrow. I think that this is an opportunity to promote peace and security based on the understandings that I reached with President Trump in my last visit in Washington in January. And these are all tremendous challenges and opportunities, and we can do them because we have such a powerful bond. We'll certainly talk about the challenges the globe faces with COVID, Israeli technology, Israeli medical expertise, all of the things that you and I and our teams can work on together. I know we'll deliver good outcomes and decrease risk for people all across the world from this global pandemic. You're a great partner. You share information, unlike some other countries that try and obfuscate and hide that information. And we'll talk about that country too, some. Well, the most important thing is actually generating the information and then sharing it. Yes, that's right. Democracies do both of those incredibly well. Yes. ਇਸ ਦੇ ਨਾਲ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਤੁਸੀਂ ਬਣ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਹੁਣ ਲੋਕ ਕਰਦੇ ਹਾਂ ਅਗਲੀ ਖਬਰ ਵੱਲ। ਉਧਰ ਬੀਤੇ 20 ਸਾਲਾਂ ਵਿੱਚ ਚੀਨ ਤੋਂ 5 ਮਹਾਮਾਰੀਆਂ ਆਈਆਂ ਹਨ ਅਤੇ ਇਸ ਨੂੰ ਕਿਸੇ ਨਾ ਕਿਸੇ ਬਿੰਦੂ ਤੇ ਰੋਕਣਾ ਪਵੇਗਾ। ਇਹ ਗੱਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬਰਾਇਨ ਨੇ ਆਖੀ ਹੈ। ਉਹਨਾਂ ਨੇ ਦੁਨੀਆ ਭਰ ਵਿੱਚ 2.5 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੀ ਮਹਾਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਵੀ ਦੱਸਿਆ। ਬ੍ਰਾਇਨ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਆਖਿਆ ਕਿ ਦੁਨੀਆ ਭਰ ਦੇ ਲੋਕ ਖੜੇ ਹੋਣਗੇ ਅਤੇ ਚੀਨ ਦੀ ਸਰਕਾਰ ਨੂੰ ਕਹਿਣਗੇ ਕਿ ਅਸੀਂ ਚੀਨ ਤੋਂ ਨਿਕਲ ਰਹੀਆਂ ਇਹਨਾਂ ਮਹਾਮਾਰੀਆਂ ਨੂੰ ਸਹਿਣ ਨਹੀਂ ਕਰਾਂਗੇ, ਫਿਰ ਭਾਵੇਂ ਇਹ ਪਸ਼ੂ ਬਾਜ਼ਾਰਾਂ ਤੋਂ ਨਿਕਲ ਰਹੀਆਂ ਹੋਣ ਜਾਂ ਫਿਰ ਲੈਬੋਰੇਟਰੀਜ਼ ਦੇ ਵਿੱਚੋਂ। ਉਹਨਾਂ ਆਖਿਆ ਕਿ ਸਾਨੂੰ ਪਤਾ ਹੈ ਕਿ ਇਹ ਮਹਾਮਾਰੀ ਵੂਹਾਨ ਤੋਂ ਨਿਕਲੀ ਹੈ ਤੇ ਹਾਲਾਤ ਤੇ ਸਬੂਤ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਕਿਸੇ ਲੈਬੋਰੇਟਰੀ ਜਾਂ ਪਸ਼ੂ ਬਾਜ਼ਾਰ ਤੋਂ ਦੁਨੀਆ ਭਰ ਵਿੱਚ ਫੈਲੀ ਹੋਈ ਹੈ। ਉਹਨਾਂ ਆਖਿਆ ਕਿ ਬੀਤੇ 20 ਸਾਲਾਂ ਦੇ ਦੌਰਾਨ ਚੀਨ ਤੋਂ 5 ਮਹਾਮਾਰੀਆਂ ਨਿਕਲੀਆਂ ਨੇ, ਸਾਰਸ, ਏਵੀਅਨ ਫਲੂ, ਸਵਾਈਨ ਫਲੂ ਤੇ ਹੁਣ ਕਰੋਨਾ। ਜਨਸਿਹਤ ਦੇ ਅਜਿਹੇ ਡਰਾਉਣੇ ਹਾਲਾਤ ਨਾਲ ਆਖਰ ਦੁਨੀਆ ਕਿਵੇਂ ਰਹਿ ਸਕਦੀ ਹੈ? ਹਾਲਾਂਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ 5ਵੀਂ ਮਹਾਮਾਰੀ ਦਾ ਨਾਂ ਨਹੀਂ ਦੱਸਿਆ। ਬ੍ਰਾਇਨ ਨੇ ਆਖਿਆ ਕਿ ਚੀਨ ਨੂੰ ਮਦਦ ਲਈ ਅਸੀਂ ਸਿਹਤ ਪੇਸ਼ੇਵਰ ਭੇਜਣ ਦੀ ਤਜਵੀਜ਼ ਰੱਖੀ ਸੀ, ਪਰ ਉਹਨਾਂ ਨੇ ਨਾ ਮਨਜ਼ੂਰ ਕਰ ਦਿੱਤੀ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਅਮਰੀਕਾ ਅਜੇ ਵੀ ਵਾਇਰਸ ਦੇ ਪੈਦਾਇਸ਼ ਬਾਰੇ ਸਬੂਤ ਦੀ
ਭਾਲ ਕਰ ਰਿਹਾ ਤਾਂ ਉਹਨਾਂ ਇਸ ਦੀ ਕੋਈ ਸਮਾਂ ਹੱਦ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਕਿ ਕੋਰੋਨਾ ਦੀ ਮਹਾਮਾਰੀ ਸਿਰਫ ਅਮਰੀਕਾ ਲਈ ਨਹੀਂ ਬਲਕਿ ਪੂਰੀ ਦੁਨੀਆ ਲਈ ਖਤਰਨਾਕ ਘਟਨਾ ਹੈ। ਆਲਮੀ ਅਰਥ ਵਿਵਸਥਾ ਪੂਰੀ ਤਰ੍ਹਾਂ ਬੈਠ ਗਈ ਹੈ। ਖਾਸ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਇਹ 20 ਸਾਲਾਂ ਵਿੱਚ 5ਵੀਂ ਵਾਰ ਹੋਇਆ ਕਿ ਇਸ ਨੂੰ ਰੋਕਣਾ ਪਵੇਗਾ। ਅਸੀਂ ਜਨਤਕ ਸਿਹਤ ਸੰਕਟ ਦੇ ਨਾਲ ਨਜਿੱਠਣ ਵਿੱਚ ਚੀਨ ਦੀ ਮਦਦ ਕਰਨ ਲਈ ਤਿਆਰ ਹਾਂ ਤਾਂ ਵਿਸ਼ਵ ਨੂੰ ਫਿਰ ਤੋਂ ਇਸ ਤਰ੍ਹਾਂ ਦੀ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇੱਕ ਪਾਸੇ ਟਰੰਪ ਲਾਕਡਾਊਨ ਹਟਾ ਕੇ ਆਰਥਿਕਤਾ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ, ਜਦਕਿ ਫਾਊਚੀ ਨੇ ਸੈਨੇਟ ਦੇ ਸਾਹਮਣੇ ਇੱਕ ਸੁਣਵਾਈ ਵਿੱਚ ਆਖਿਆ ਜੇ ਜਲਦਬਾਜ਼ੀ ਵਿੱਚ ਲਾਕਡਾਊਨ ਹਟਾਇਆ ਗਿਆ ਤਾਂ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾਣਗੇ। ਡਾਕਟਰ ਫਾਊਚੀ ਨੇ ਸੈਨੇਟ ਦੇ ਸਾਹਮਣੇ ਹੋਈ ਸੁਣਵਾਈ ਵਿੱਚ ਕਿਹਾ ਕਿ ਜੇ ਲਾਕਡਾਊਨ ਨੂੰ ਜਲਦਬਾਜ਼ੀ ਦੇ ਵਿੱਚ ਹਟਾਇਆ ਗਿਆ ਤਾਂ ਦੇਸ਼ ਵਿੱਚ ਦੁੱਖ ਅਤੇ ਮੌਤਾਂ ਹੀ ਦੇਖਣ ਨੂੰ ਮਿਲਣਗੀਆਂ। ਕੋਰੋਨਾ ਵਾਇਰਸ ਫਰਕ ਫੋਰਸ ਦੇ ਇੱਕ ਮੈਂਬਰ ਡਾਕਟਰ ਫਾਊਚੀ ਨੂੰ ਕੋਵਿਡ-19 ਦੇ ਸਬੰਧ ਵਿੱਚ ਚੁੱਕੇ ਗਏ ਕਦਮਾਂ ਦੀ ਰੂਪਰੇਖਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਫਾਊਚੀ ਨੇ ਆਖਿਆ ਕਿ ਜੇ ਉਹਨਾਂ ਨੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਤਾਂ ਉਹਨਾਂ ਨੂੰ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ। ਤਾਂ ਦੱਸ ਦਈਏ ਵਾਈਟ ਹਾਊਸ ਦੇ ਇੱਕ ਕਰਮਚਾਰੀ ਦੇ ਕੋਰੋਨਾ ਵਾਇਰਸ ਪੀੜਤ ਪਾਏ ਜਾਣ ਤੋਂ ਬਾਅਦ ਫਾਊਚੀ ਸੈਲਫ ਆਈਸੋਲੇਸ਼ਨ ਵਿੱਚ ਚਲੇ ਗਏ ਹਨ ਅਤੇ ਉਹਨਾਂ ਨੇ ਸੈਨੇਟ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਕੀਤੀ। ਡਾਕਟਰ ਫਾਊਚੀ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਪ੍ਰਾਂਤਾਂ ਦੀ ਤਾਰੀਫ ਕਰ ਰਹੇ ਹਨ ਜੋ ਲੰਮੇ ਲਾਕਡਾਊਨ ਤੋਂ ਬਾਅਦ ਫਿਰ ਤੋਂ ਖੁੱਲ ਰਹੇ ਹਨ। ਟਰੰਪ ਨਾ ਸਿਰਫ ਆਪਣਾ ਚੋਣ ਅਭਿਆਨ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੇ ਨੇ ਬਲਕਿ ਉਹਨਾਂ ਨੇ 31 ਰਾਜਾਂ ਦੇ ਗਵਰਨਰਜ਼ ਨੂੰ ਲਾਕਡਾਊਨ ਵਿੱਚ ਛੋਟ ਦੇਣ ਜਾਂ ਉਹਨਾਂ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਮਨਾ ਲਿਆ। ਟਰੰਪ ਨੇ ਲਾਕਡਾਊਨ ਦੇ ਖਿਲਾਫ ਚੱਲ ਰਹੇ ਸਾਰੇ ਅੰਦੋਲਨਾਂ ਨੂੰ ਵੀ ਆਪਣਾ ਖੁੱਲ੍ਹਾ ਸਮਰਥਨ ਦਿੱਤਾ ਤੇ ਲਾਕਡਾਊਨ ਨੂੰ ਡਿਕਟੇਟਰਸ਼ਿਪ ਦੱਸਣ ਵਾਲੇ ਬਿਜ਼ਨਸਮੈਨ ਐਲਨ ਮਸਕ ਦਾ ਵੀ ਸਮਰਥਨ ਕੀਤਾ। ਟਰੰਪ ਨੇ ਵਿਸ਼ਵਾਸ ਦਿਵਾਇਆ ਕਿ ਅਮਰੀਕਾ ਨੇ ਆਪਣੀ ਕੋਰੋਨਾ ਵਾਇਰਸ ਵਾਲੀ ਜਾਂਚ ਦੀ ਸਮਰੱਥਾ ਨੂੰ ਵਧਾ ਦਿੱਤਾ ਅਤੇ ਦੇਸ਼ ਵਿੱਚ ਹੋਣ ਵਾਲੇ ਟ੍ਰਾਇਲ ਦੀ ਗਿਣਤੀ ਇਸ ਹਫ਼ਤੇ 1 ਕਰੋੜ ਤੋਂ ਪਾਰ ਚਲੀ ਜਾਵੇਗੀ। What I've expressed then and again is my concern that if some areas, cities, states, or what have you, jump over those various checkpoints and prematurely open up without having the capability of being able to respond effectively and efficiently, my concern is that we will start to see little spikes that might turn into outbreaks. So therefore, I have been being very clear in my message to try to the best extent possible to go by the guidelines which have been very well thought out and very well delineated. The consequences could be really serious. There is no doubt, even under the best of circumstances, when you pull back on mitigation, you will see some cases appear. It's the ability and the capability of responding to those cases with good identification, isolation, and contact tracing will determine whether you can continue to go forward as you try to reopen America. So it's not only doing it at the appropriate time with the appropriate constraints, but having in place the capability of responding when the inevitable return of infections occur. ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਅੱਜ ਅੱਧੀ ਰਾਤ ਤੋਂ ਦੇਸ਼ ਅਲਰਟ ਲੈਵਲ 2 ਉੱਤੇ ਚਲਾ ਜਾਵੇਗਾ ਤੇ ਦੇਸ਼ ਦੇ ਕਾਰੋਬਾਰ ਲੈਵਲ 2 ਦੇ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਵੱਡੇ ਬਾਜ਼ਾਰ ਅੱਜ ਖੁੱਲ ਜਾਣਗੇ। ਨਿਊਜ਼ੀਲੈਂਡ ਵਿੱਚ ਦੂਜੇ ਦਿਨ ਲਗਾਤਾਰ ਕੋਵਿਡ-19 ਦੇ ਕੁੱਲ 1497 ਮਾਮਲੇ ਹੀ ਹਨ ਅਤੇ 94% ਮਰੀਜ਼ ਹੁਣ ਠੀਕ ਹੋ ਗਏ ਹਨ। ਕੋਰੋਨਾ ਨਾਲ ਕੋਈ ਨਵੀਂ ਮੌਤ ਨਹੀਂ ਹੋਈ ਹੈ। ਦੇਸ਼ ਵਿੱਚ ਕੁੱਲ ਕੋਵਿਡ-19 ਟੈਸਟ ਹੋਏ ਹਨ। ਤਾਂ ਦੱਸ ਦਈਏ ਕਿ ਨਿਊਜ਼ੀਲੈਂਡ ਅੱਜ ਰਾਤ 12 ਵਜੇ ਅਲਰਟ ਲੈਵਲ 2 ਤੇ ਜਾ ਰਿਹਾ। 14 ਮਈ ਦੇ ਦਿਨ ਵੀਰਵਾਰ ਨੂੰ ਸਿਨੇਮਾ ਘਰ, ਰੀਟੇਲ, ਖੇਡ ਦੇ ਮੈਦਾਨ ਅਤੇ ਜਿਮ ਫਿਜ਼ੀਕਲ ਡਿਸਟੈਂਸਿੰਗ ਅਤੇ ਸਖਤ ਸਫਾਈ ਅਦਾਰਿਆਂ ਦੇ ਨਾਲ ਦੁਬਾਰਾ ਖੁੱਲ ਜਾਣਗੇ। ਦੇਸ਼ ਦੇ ਅੰਦਰ ਯਾਤਰਾ ਵੀ ਦੁਬਾਰਾ ਸ਼ੁਰੂ ਹੋ ਜਾਵੇਗੀ। ਮਈ 18 ਦਿਨ ਸੋਮਵਾਰ ਨੂੰ ਸਕੂਲ ਖੁੱਲ ਜਾਣਗੇ ਜਦੋਂ ਕਿ 21 ਮਈ ਦਿਨ ਵੀਰਵਾਰ ਨੂੰ ਬਾਰ ਵੀ ਖੁੱਲ ਸਕਦੇ ਹਨ। ਨਿਊਜ਼ੀਲੈਂਡ ਦੇ ਕਨਫਰਮ ਅਤੇ ਪ੍ਰੋਬੇਬਲੀ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1497 ਹੈ ਜਿਨ੍ਹਾਂ ਵਿੱਚ 1146 ਕਨਫਰਮ ਕੀਤੇ ਕੇਸ ਹਨ ਅਤੇ 351 ਪ੍ਰੋਬੇਬਲੀ ਕੇਸ ਹਨ। ਮੈਡੀਕਲ ਸਟੇਟਸ ਦੇ ਅਨੁਸਾਰ 74 ਐਕਟਿਵ ਕੇਸ ਹਨ ਅਤੇ ਕੋਵਿਡ-19 ਤੋਂ 1402 ਵਿਅਕਤੀ ਰਿਕਵਰ ਵੀ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ। ਕੋਵਿਡ-19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆਂ ਹਨ ਤੇ ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ। Again today we're reporting no new cases of COVID-19. This encouraging news means that New Zealand's combined total of confirmed and probable cases remains at 1,497, of which 1,147 are confirmed.
So we now have 1,042 people who have been confirmed as having recovered from COVID-19, an increase of 12 on yesterday, and the overall percentage increases to 94%. Again today there are just 2 people receiving hospital level care, neither are in ICU. We still have the 16 significant clusters, 4 of which, as you know, are closed, and there are no additional deaths to report today. Yesterday, our laboratories across the country processed 5,961 tests, and our total now is 203,045 processed. So this milestone of 200,000 tests, which is just over 4% of the population, is a significant achievement. I want to recognise everybody who has been tested, as well as the many, many people across the system who have facilitated that happening. It's an incredibly important pillar of our response to COVID-19. As we prepare for level 2 tomorrow, the sense of anticipation is both palpable and understandable. We're looking forward to re-establishing some of the routines and rhythms of our near-normal lives. Good hand hygiene continues to be paramount, simplest and most effective tool we have to keep COVID-19 at bay. Social gatherings are a maximum of 10 people at once, and please keep track of where you have been to help us with contact tracing in case it is needed. So today's figures do reinforce that we are on the right path, that we are maintaining the gains made through alert levels 4 and 3, and we're heading for success. But as you will have seen overnight from other jurisdictions, this is a stubborn virus, and we don't want to be going down the path where we see spikes again. So we can't afford to give away the progress we've made. We need to remain vigilant. I do want to speak to some of the hardest parts of the alert level framework, and these parts have been difficult through the entirety of our response to COVID-19, but are particularly pronounced at alert level 2, and they are namely funerals and tangihanga. This morning, we've instigated calls between church leaders. Dr. Bloomfield and myself were part of a call this morning, funeral directors and iwi leaders, to see if we can find a way to further satisfy health concerns, which are legitimate, particularly given that we have seen overseas, in particular, research demonstrating that funerals and weddings have been part of the spread of COVID-19 in many countries, but also recognise that funerals and tangi are exceptional. They're life events that cannot be postponed. I do believe that we are well on our way to finding a solution that will meet both of these concerns, and I expect the Minister of Health will have more to say on that before the end of the day. It will still mean that there will be, of course, still restrictions, but we are working hard to see if we can find ways to accommodate some of the concerns that are being raised within the capacity of the Ministry of Health to help give the reassurance that some of those issues can ਤੇ ਵਿਸ਼ਵ ਸਿਹਤ ਸੰਗਠਨ ਨੇ ਮੈਂਬਰ ਦੇਸ਼ਾਂ ਨੂੰ ਸਕੂਲ ਖੋਲ੍ਹਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਵਿੱਚ ਸਥਾਨਕ ਪੱਧਰ ਤੇ ਕੋਵਿਡ-19 ਦੀ ਇਨਫੈਕਸ਼ਨ ਦੀ ਸਥਿਤੀ ਅਤੇ ਬੱਚਿਆਂ ਵਿਚਾਲੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੀ ਸਕੂਲ ਦੀ ਸਮਰੱਥਾ ਵੀ ਸ਼ਾਮਿਲ ਹੈ। ਸੰਸਾਰ ਦੇ ਸਾਂਝੇ ਇਸ ਸੰਗਠਨ ਨੇ ਕੱਲ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਿਸ ਵਿੱਚ ਦੱਸਿਆ ਗਿਆ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ ਸਰਕਾਰਾਂ ਨੂੰ ਕਿੰਨਾ ਕਾਰਨਕਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। WHO ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਟੈਡਰੋਸ ਨੇ ਕੋਵਿਡ-19 ਤੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਕਿ ਸਕੂਲ ਖੋਲ੍ਹਣ ਜਾਂ ਬੰਦ ਕਰਨ ਦਾ ਫੈਸਲਾ ਕਰਦੇ ਸਮੇਂ ਨੀਤੀ ਨਿਰਮਾਤਾਵਾਂ ਨੂੰ ਕਈ ਕਾਰਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਦਿਸ਼ਾ ਨਿਰਦੇਸ਼ ਵਿੱਚ ਆਖਿਆ ਗਿਆ ਇਹ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਕਿ ਬੱਚਿਆਂ ਦੇ ਸਕੂਲ ਆਉਣ ਜਾਣ ਦੇ ਲਈ ਸੁਰੱਖਿਅਤ ਟਰਾਂਸਪੋਰਟ ਵਿਵਸਥਾ ਹੈ ਜਾਂ ਨਹੀਂ, ਸਕੂਲ ਵਿੱਚ ਸਾਫ਼ ਸਫਾਈ ਅਤੇ ਸਮਾਜਿਕ ਦੂਰੀ ਲਈ ਲੋੜੀਂਦੇ ਸਾਧਨ ਹਨ ਜਾਂ ਨਹੀਂ, ਸਕੂਲ ਦੇ ਵਿਦਿਆਰਥੀ ਅਤੇ ਕਰਮਚਾਰੀਆਂ ਵਿੱਚ ਕਿੰਨੀਆਂ ਦੀ ਉਮਰ ਅਤੇ ਹਰ ਕਾਰਕਾਂ ਕਰਕੇ ਪੀੜਿਤ ਹੋਣ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਪੈਣ ਦਾ ਖਦਸ਼ਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਵੀਕਾਰ ਕੀਤਾ ਕਿ ਛੋਟੇ ਬੱਚਿਆਂ ਲਈ ਆਪਸ ਵਿੱਚ 1 ਮੀਟਰ ਦੂਰੀ ਬਣਾਏ ਰੱਖਣਾ ਬਹੁਤ ਮੁਸ਼ਕਿਲ ਹੋਵੇਗਾ, ਇਸ ਲਈ ਉਹਨਾਂ ਨੇ ਵਿਦਿਆਰਥੀਆਂ ਦੀ ਉਮਰ ਮੁਤਾਬਕ ਨੀਤੀ ਤੈਅ ਕਰਨ ਦੇ ਬਦਲ ਸੁਝਾਅ ਦਿੱਤੇ। On children going back to school, decision makers should reflect on a number of key factors when deciding on whether and how to reopen the schools. First, a clear understanding about current COVID transmission and severity of the virus in children is needed. Second,
the epidemiology of COVID-19, where the school is geographically located, needs to be considered. Third, the ability to maintain COVID-19 prevention and control measures within the school setting. When reflecting on the decision to reopen schools, the local government should assess the capacity of the schools to maintain infection prevention and control measures. ਤੇ ਵਿਸ਼ਵ ਸਿਹਤ ਸੰਗਠਨ ਦੇ ਚੋਟੀ ਦੇ ਐਮਰਜੈਂਸੀ ਮਾਹਰਾਂ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਆਮ ਜੀਵਨ ਵਿੱਚ ਫਿਰ ਤੋਂ ਸ਼ੁਰੂ ਕਰਨ ਦੇ ਲਈ ਕਈ ਦੇਸ਼ਾਂ ਵਿੱਚ ਅਸਥਾਈ ਕਦਮਾਂ ਦੇ ਬਾਵਜੂਦ ਵਿਸ਼ਵ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਕੰਟਰੋਲ ਵਿੱਚ ਲਿਆਉਣ ਲਈ ਅਜੇ ਬਹੁਤ ਲੰਮਾ ਰਸਤਾ ਤੈਅ ਕਰਨਾ ਹੋਵੇਗਾ। ਕੋਵਿਡ-19 ਦੇ ਨਾਲ ਜੋਖਿਮ ਅਤੇ WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁੱਖ ਡਾਇਰੈਕਟਰ ਮਾਈਕ ਰਿਆਨ ਨੇ ਆਖਿਆ ਕਿ कोरोना वायरस कारण साह की बीमारी राष्ट्रीय खेतरी के संसारक पद्धर ते काफ़ी बनी रहेगी। उन्होंने अगे आख्या कि मौजूदा समय में जोखिम की संभावना नूं घट करने लई वायरस के कंट्रोल की बेहद महत्वपूर्ण जरूरत है। पूरी दुनिया दीयां सरकारां इस सवाल दे नाल जूझ रहीआं हन कि किवें वायरस दे हुंदे होए भी अपनी अर्थव्यवस्था नूं खोलना, पर सेहत माहिरां दा कहना है कि नवे कहर तो बचन दे लई ज़्यादा सावधानी की लोड़ है। WHO की महामारी माहर मारिया वैन केरखोव ने भी आख्या कि सानू इस मानसिकता की लोड़ है कि इस महामारी तो बाहर आउण विच अजे कुछ समा लगन वाला है। Countries, as you've seen, are trying to find a path out and a path towards a new normal, as many people have put it, and we're going to be on that pathway for a long, long time. And as we've seen in some countries, even a small recurrence of disease can cause and the need for a serious response in terms of the public health response. This virus may become just another endemic virus in our communities, and this virus may never go away. HIV has not gone away, but we've come to terms with the virus, and we have found the therapies and we've found the prevention methods, and people don't feel as scared as they did before, and we're offering life to people with HIV, long, healthy lives to people with HIV. And I'm not comparing the two diseases, but I think it is important that we're realistic, and I don't think anyone can predict when or if this disease will disappear. We do have one great hope. If we do find a highly effective vaccine that we can distribute to everyone who needs it in the world, we may have a shot at eliminating this virus. But that vaccine will have to be available. It will have to be highly effective. It will have to be made available to everyone, and we will have to use it. ਇਸ ਸਨ ਅੱਜ ਦੀਆਂ ਖਬਰਾਂ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਫਿਰ ਤੋਂ ਹੈਡਲਾਈਨਸ ਤੇ। ਟਰੂਡੋ ਅਨੁਸਾਰ ਐਮਰਜੈਂਸੀ ਸਟੂਡੈਂਟ ਬੈਨੀਫਿਟ ਲਈ ਵਿਦਿਆਰਥੀ ਸ਼ੁੱਕਰਵਾਰ ਤੋਂ ਕਰ ਸਕਦੇ ਨੇ ਅਪਲਾਈ। ਟਰੂਡੋ ਦਾ ਬਿਆਨ ਕਿਹਾ ਟ੍ਰਾਂਜ਼ਿਟ ਪ੍ਰਣਾਲੀਆਂ ਦੀ ਵਿੱਤੀ ਸਥਿਤੀ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸੂਬਿਆਂ ਲਈ ਫੈਡਰਲ ਸਰਕਾਰ ਕਰੇਗੀ ਸਹਿਯੋਗ। BC ਪ੍ਰੀਮੀਅਰ ਜੌਨ ਹੋਰਗਨ ਨੇ ਕੋਵਿਡ-19 ਦੀ ਐਮਰਜੈਂਸੀ ਸਥਿਤੀ ਚੌਥੀ ਵਾਰ ਵਧਾਈ। ਕਈ ਵਪਾਰਕ ਬ੍ਰੇਕ ਇਨਸ ਦੇ ਲਈ VPD ਨੇ ਗੰਭੀਰ ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ। ਸੈਕਟਰੀ ਸਟੇਟ ਪੋਂਪੀਓ ਈਰਾਨ ਵੈਸਟ ਬੈਂਕ ਟਾਕਸ ਲਈ ਇਜ਼ਰਾਈਲ ਦੀ ਯਾਤਰਾ ਉੱਤੇ। WHO ਦੇ ਅਧਿਕਾਰੀ ਅਨੁਸਾਰ ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਨਹੀਂ ਹੋ ਸਕਦਾ ਖਤਮ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣ ਰਹੋ ਸਾਡੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।